ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਨਾਮ ਜਪਦੇ ਰਹੋ, ਬੰਦਗੀ ਕਰਦੇ ਰਹੋ। ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰੋ, ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ। ਮੇਰੇ ਗੁਰੂਦੇਵ ਮਹਾਰਾਜ ਜੀ ਕਹਿੰਦੇ ਬੇਟੇ, ਅਗਰ ਸਿਰ ਦਰਦ ਕਰੇ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਸਿਰ ਦਰਦ ਦੀ ਦਵਾਈ ਦੇ ਦਿਓ, ਅਤੇ ਅਸੀਂ ਦਵਾਈ ਲੈ ਕੇ ਫਿਰ ਆਪਣੇ ਘਰੇ ਆ ਜਾਂਦੇ ਹਾਂ। ਦਵਾਈ ਖਾ ਕੇ ਆਰਾਮ ਮਿਲ ਜਾਂਦਾ। ਫਿਰ 15-20 ਦਿਨ, ਮਹੀਨਾ ਬੀਤਦਾ, ਫਿਰ ਬੁਖਾਰ ਚੜ੍ਹ ਜਾਂਦਾ। ਅਸੀਂ ਫਿਰ ਦੁਬਾਰਾ ਦਵਾਈ ਲੈਣ ਦੇ ਲਈ ਡਾਕਟਰ ਕੋਲ ਜਾਂਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਬੁਖਾਰ ਹੋਇਆ, ਮੈਨੂੰ ਦਵਾਈ ਦੇ ਦਿਓ। ਫਿਰ ਡਾਕਟਰ ਬੁਖਾਰ ਦੀ ਦਵਾਈ ਦੇ ਦਿੰਦਾ। ਫਿਰ ਅਸੀਂ ਘਰੇ ਲੈ ਕੇ ਆ ਜਾਂਦੇ ਹਾਂ, ਖਾਂਦੇ ਹਾਂ, 2-4 ਦਿਨ 'ਚ ਆਰਾਮ ਮਿਲ ਜਾਂਦਾ। ਥੋੜ੍ਹਾ ਸਮਾਂ ਫਿਰ ਬੀਤਦਾ। ਫਿਰ ਅਸੀਂ ਡਾਕਟਰ ਸਾਹਿਬ ਕੋਲ ਚਲੇ ਜਾਂਦੇ ਹਾਂ ਕਿ ਡਾਕਟਰ ਸਾਹਿਬ ਮੇਰੇ ਪੇਟ ਦਰਦ ਹੋ ਰਿਹਾ, ਮੇਰਾ ਸਿਰ ਦਰਦ ਹੋ ਰਿਹਾ, ਕੋਈ ਮੈਨੂੰ ਦਵਾਈ ਦੇ ਦਿਓ। ਡਾਕਟਰ ਫਿਰ ਦਵਾਈ ਦੇ ਦਿੰਦਾ, ਅਤੇ ਅਸੀਂ ਦਵਾਈ ਲੈ ਕੇ ਘਰ ਆ ਜਾਂਦੇ ਹਾਂ, ਖਾਂਦੇ ਹਾਂ, ਫਿਰ ਆਰਾਮ ਮਿਲ ਜਾਂਦਾ। ਫਿਰ ਕੋਈ ਦੁੱਖ ਤਕਲੀਫ ਵੱਧ ਜਾਵੇ, ਜ਼ਿਆਦਾ ਕੰਮ ਕਾਰ ਨਾ ਚੱਲੇ, ਕੋਈ ਹੋਰ ਦੁੱਖ ਤਕਲੀਫ ਘਰ ਆ ਜਾਵੇ, ਫਿਰ ਅਸੀਂ ਕੀ ਕਰਦੇ ਹਾਂ? ਫਿਰ ਅਸੀਂ ਯੰਤਰੀਆਂ ਲੈ ਕੇ, ਟੇਵੇ ਲੈ ਕੇ, ਆਪਣੀਆਂ ਜਨਮ ਪੱਤਰੀਆਂ ਲੈ ਕੇ ਪੰਡਤਾਂ ਕੋਲ ਚਲੇ ਜਾਂਦੇ ਹਾਂ। ਪੰਡਤਾਂ ਕੋਲ ਜਾ ਕੇ ਕਹਿੰਦੇ ਹਾਂ ਕਿ ਮਹਾਰਾਜ ਅਸੀਂ ਬੜੇ ਦੁਖੀ ਹਾਂ, ਸਾਡਾ ਕਾਰੋਬਾਰ ਨਹੀਂ ਚੱਲਦਾ, ਘਰ ਤਕਲੀਫ ਰਹਿੰਦੀ ਆ, ਕੋਈ ਉਪਾਅ ਦੱਸੋ। ਫਿਰ ਪੰਡਤ ਜੀ ਆਪਣੇ ਕਿਤਾਬੀ ਗਿਆਨ ਦਿਖਾਉਂਦਾ ਹੋਇਆ ਆਪਣੀ ਬੁੱਧੀ ਦੇ ਨਾਲ ਉਹਨਾਂ ਨੂੰ ਕੁਛ ਉਪਾਅ ਦੱਸ ਦਿੰਦਾ ਕਿ ਇਹਦਾ ਇਹ ਹੱਲ ਆ, ਤੁਸੀਂ ਇਹ ਕਰ ਲਓ, ਤੁਹਾਨੂੰ ਹੱਲ ਮਿਲ ਜਾਏਗਾ। ਫਿਰ ਅਸੀਂ ਘਰੇ ਆਉਂਦੇ ਹਾਂ, ਚਲੋ ਉਪਾਅ ਵੀ ਕਰਦੇ ਹਾਂ, ਚਲੋ ਮੰਨ ਲੈਂਦੇ ਹਾਂ ਫਿਰ ਵੀ ਸਾਡਾ ਉਪਾਅ ਕੀਤਾ, ਸਾਨੂੰ ਕੁਛ ਆਰਾਮ ਮਿਲ ਗਿਆ। ਮੰਨ ਲੈਂਦੇ ਹਾਂ ਕਿ ਪੰਡਤ ਨੇ ਸਾਨੂੰ ਕੁਛ ਉਪਾਅ ਕਰਨ ਲਈ ਕਿਹਾ ਕਿ ਤੈਨੂੰ ਇਸ ਤਕਲੀਫ ਤੋਂ ਆਰਾਮ ਮਿਲ ਜਾਏਗਾ, ਅਤੇ ਅਸੀਂ ਉਪਾਅ ਕਰਦੇ ਹਾਂ, ਸ਼ਾਇਦ ਸਾਨੂੰ ਆਰਾਮ ਵੀ ਆ ਜਾਂਦਾ। ਪਰ 2-4 ਮਹੀਨੇ ਫਿਰ ਬੀਤਦੇ ਆ, ਫਿਰ ਕੋਈ ਦੁੱਖ ਆ ਜਾਂਦਾ, ਅਸੀਂ ਫਿਰ ਪੰਡਤ ਕੋਲ ਭੱਜਦੇ ਹਾਂ ਕਿ ਪੰਡਤ ਜੀ ਅਸੀਂ ਫਿਰ ਦੁਖੀ ਹਾਂ, ਸਾਨੂੰ ਕੋਈ ਉਪਾਅ ਦੱਸੋ। ਪੈਸਾ ਵੀ ਖਰਾਬ, ਸਮੇਂ ਵੀ ਖਰਾਬ। ਇਹ ਸੰਸਾਰ ਇਹ ਦੁੱਖਾਂ ਦਾ ਘਰ ਹੈ, ਇੱਥੇ ਸੁੱਖ ਨਹੀਂ ਹੈਗਾ। ਅਸੀਂ ਬਾਰ-ਬਾਰ ਕੋਈ ਬਿਮਾਰੀ ਲੱਗਦੀ ਆ, ਕੋਈ ਦੁੱਖ ਆਉਂਦਾ, ਕੋਈ ਤਕਲੀਫ ਆਉਂਦੀ ਆ, ਅਸੀਂ ਬਾਰ-ਬਾਰ ਡਾਕਟਰ ਦੇ ਕੋਲ ਭੱਜਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਅੱਜ ਇਹ ਪ੍ਰੋਬਲਮ ਆ, ਕੱਲ੍ਹ ਇਹ ਪ੍ਰੋਬਲਮ ਆ। ਬਾਰ-ਬਾਰ ਅਸੀਂ ਦਵਾਈਆਂ ਲੈਂਦੇ ਹਾਂ, ਖਾਂਦੇ ਹਾਂ, ਫਿਰ ਦੁਬਾਰਾ ਚਲੇ ਜਾਂਦੇ ਹਾਂ, ਪੰਡਤਾਂ ਕੋਲ ਜਾਂਦੇ ਹਾਂ, ਉਪਾਅ ਕਰਾਉਂਦੇ ਹਾਂ, ਹੈ ਨਾ। ਫਿਰ ਉਪਾਅ ਕਰਦੇ ਹਾਂ, ਥੋੜ੍ਹੇ ਦਿਨਾਂ ਬਾਅਦ ਫਿਰ ਚਲੇ ਜਾਂਦੇ ਹਾਂ। ਬਾਰ-ਬਾਰ ਇਹ ਕੰਮ ਕਰਦੇ ਰਹਿੰਦੇ ਹਾਂ, ਬਾਰ-ਬਾਰ ਡਾਕਟਰਾਂ ਕੋਲ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ। ਅਤੇ ਮੇਰੇ ਗੁਰੂ ਮਹਾਰਾਜ ਨੇ ਔਰ ਜਿੰਨੇ ਵੀ ਇਸ ਸੰਸਾਰ ਦੇ ਵਿੱਚ, ਇਸ ਧਰਤੀ 'ਤੇ ਜਿੰਨੇ ਵੀ ਸੰਤ, ਮਹਾਂਪੁਰਸ਼, ਪੀਰ ਪੈਗੰਬਰ, ਦੇਵੀ ਦੇਵਤੇ, ਭਗਤ, ਗੁਰੂ ਆਏ ਨੇ, ਸਾਰਿਆਂ ਨੇ ਇੱਕੋ ਹੀ ਗੱਲ ਕੀਤੀ, ਸਰਬ ਰੋਗਾਂ ਦਾ ਔਖਦ ਨਾਮ, ਕਿ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਵਿੱਚ ਹੈ, ਅਤੇ ਸਾਰੀਆਂ ਦਵਾਈਆਂ ਦਾ ਇੱਕੋ ਦਵਾਈ ਸਿਮਰਨ ਹੈ। ਸਾਰੇ ਦੁੱਖਾਂ ਦੀ ਇੱਕੋ ਦਵਾਈ ਸਿਮਰਨ ਹੈ। ਤੁਹਾਡੇ ਹਰ ਤਕਲੀਫ ਦੀ ਦਵਾਈ ਸਿਮਰਨ ਹੈ। ਇਹ ਸਿਮਰਨ ਦੀ ਗੋਲੀ ਖਾ ਲਓ, ਤੁਹਾਨੂੰ ਸਾਰੀਆਂ ਹੀ ਬਿਮਾਰੀਆਂ ਤੋਂ ਆਰਾਮ ਮਿਲ ਜਾਣਾ। ਹੈ ਕੋਈ ਇਹੋ ਜਿਹਾ ਸੌਦਾ? ਹੈ ਇਹੋ ਜਿਹੀ ਕਿ ਦਵਾਈ ਸੰਸਾਰ ਦੇ ਵਿੱਚ ਜਿਹੜੀ ਇੱਕ ਗੋਲੀ ਖਾਵੇ ਤੁਹਾਨੂੰ ਸਾਰੀ ਬਿਮਾਰੀਆਂ ਤੋਂ ਰਾਹਤ ਮਿਲ ਜਾਵੇ, ਸਾਰੀ ਦਵਾਈਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇ, ਸਾਰੀ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇ? ਕੋਈ ਹੈ ਦੁਨੀਆ 'ਚ ਇਹੋ ਜਿਹੀ ਦਵਾਈ? ਪਰ ਇੱਕੋ ਦਵਾਈ ਆ ਜਿਹੜੇ ਸਾਡੇ ਗੁਰੂਆਂ ਨੇ, ਸੰਤਾਂ ਮਹਾਂਪੁਰਸ਼ਾਂ ਨੇ, ਪੀਰਾਂ ਨੇ, ਫਕੀਰਾਂ ਨੇ,
ਭਗਤਾਂ ਨੇ ਇੱਕੋ ਦਵਾਈ ਕਹੀ, ਕਿਹੜੀ? ਨਾਮ ਦੀ ਦਵਾਈ, ਸਿਮਰਨ ਦੀ ਦਵਾਈ, ਕਿ ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਹੈ। ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ। ਸਰਬ ਰੋਗਾਂ ਦਾ ਔਖਦ ਨਾਮ। ਮੈਂ ਸਾਰੇ ਰੋਗਾਂ ਦੀ ਇੱਕੋ ਦਵਾਈ ਸਿਮਰਨ ਹੈ, ਨਾਮ ਹੈ, ਬੰਦਗੀ ਹੈ। ਫਿਰ ਤੁਸੀਂ ਕਿਉਂ ਨਹੀਂ ਕਰਦੇ? ਕਿਉਂ ਨਹੀਂ ਭਗਤੀ ਕਰਦੇ ਪਏ? ਕਿਉਂ ਨਹੀਂ ਆਪਣੇ ਆਪ ਦੀ ਤਾਕਤ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ? ਕਿਉਂ ਨਹੀਂ ਤੁਸੀਂ ਆਪਣੇ ਆਪ ਦੀ ਖੋਜ ਕਰਦੇ? ਕਿਉਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਰੱਖਦੇ? ਕਿਉਂ ਨਹੀਂ ਤੁਸੀਂ ਆਪਣੇ ਆਪ ਤੇ ਭਰੋਸਾ ਰੱਖਦੇ? ਇਹੀ ਸਾਡੇ ਦੁੱਖ ਦਾ ਕਾਰਨ ਆ ਕਿ ਅਸੀਂ ਦੂਜੇ ਤੇ ਉਮੀਦ ਰੱਖਦੇ ਹਾਂ ਕਿ ਉਹ ਮੈਨੂੰ ਠੀਕ ਕਰ ਦੇਗਾ, ਕਿ ਉਹ ਮੇਰੇ ਸਵਾਲ ਦਾ ਜਵਾਬ ਦੇ ਦੇਗਾ, ਮੇਰੀ ਉਹ ਮੁਸ਼ਕਲ ਦਾ ਹੱਲ ਕਰ ਦੇਗਾ। ਅਸੀਂ ਦੂਜਿਆਂ ਤੇ ਡਿਪੈਂਡ ਰਹਿੰਦੇ ਹਾਂ। ਅਸੀਂ ਆਪਣੇ ਆਪ ਕਿਉਂ ਨਹੀਂ ਮਿਹਨਤ ਕਰਦੇ? ਕਿਉਂ ਨਹੀਂ ਕੋਸ਼ਿਸ਼ ਕਰਦੇ? ਸਾਡੇ ਗੁਰੂਆਂ ਨੇ ਸਾਨੂੰ ਨਾਮਦਾਨ ਦਿੱਤਾ, ਨਾਮ ਦਾ ਦੀਕਸ਼ਾ ਦੇਤੀ, ਅਸੀਂ ਗੁਰੂ ਵਾਲੇ ਬਣ ਗਏ ਹੈਗੇ ਆ। ਸਾਨੂੰ ਗੁਰੂ ਨੇ ਨਾਮ ਸ਼ਬਦ ਦੇਤਾ, ਇੱਕੋ ਦਵਾਈ ਦੇਤੀ, ਸਾਰੇ ਰੋਗਾਂ ਦੀ ਦਵਾਈ ਨਾਮ ਸ਼ਬਦ ਦੇਤਾ, ਸਿਮਰਨ ਦੇਤਾ। ਫਿਰ ਅਸੀਂ ਕਿਉਂ ਨਹੀਂ ਅਭਿਆਸ ਕਰਦੇ? ਕਿਉਂ ਨਹੀਂ ਅਸੀਂ ਭਗਤੀ ਕਰਦੇ? ਅਸੀਂ ਭਗਤੀ ਛੱਡਦੇ ਸੰਸਾਰ ਦੇ ਅਸੀਂ ਠਿਕਰੇ ਇਕੱਠੇ ਕਰਨ ਲੱਗੇ ਹੋਏ ਹਾਂ। ਇਹੀ ਸਾਡੇ ਦੁੱਖ ਦਾ ਕਾਰਨ। ਸਿਮਰਨ ਕਰੋਗੇ, ਤੁਸੀਂ ਬੰਦਗੀ ਕਰੋਗੇ, ਤੁਸੀਂ ਭਗਤੀ ਕਰੋਗੇ ਤਾਂ ਤੁਸੀਂ ਦੁੱਖਾਂ ਤੋਂ ਬਚ ਸਕਦੇ ਹੋ। ਦੁੱਖਾਂ ਤਕਲੀਫਾਂ ਦਾ ਛੁਟਕਾਰਾ ਮਿਲ ਸਕਦਾ। ਸਾਰੇ ਰੋਗਾਂ ਦਾ ਇੱਕੋ ਦਵਾਈ ਨਾਮ ਹੈ, ਬੰਦਗੀ ਹੈ, ਭਗਤੀ ਹੈ, ਸਿਮਰਨ ਹੈ। ਸਿਮਰਨ ਕਰੋ ਰੋਜ਼। ਇਹ ਜਿਹੜੀ ਨਾਮ ਦੀ ਦਵਾਈ ਆ, ਇਹ ਸਿਮਰਨ ਦੀ ਜਿਹੜੀ ਦਵਾਈ ਆ, ਇਹ ਹੋਮੋਪੈਥਿਕ ਦਵਾਈ ਆ। ਇਹ ਅੰਗਰੇਜ਼ੀ ਦਵਾਈ ਨਹੀਂ ਹੈ ਕਿ ਆਪਾਂ ਲਿਆਂਦੀ, ਖਾ ਲਈ, ਸਾਨੂੰ ਆਰਾਮ ਮਿਲ ਗਿਆ, ਹਨਾ। ਫਿਰ ਥੋੜੇ ਦਿਨ ਫਿਰ ਬੁਖਾਰ ਚੜ ਗਿਆ, ਫਿਰ ਬਾਹਰ ਡਾਕਟਰ ਦੇ ਕੋਲ ਗਏ ਜਾਂ ਮੈਡੀਕਲ ਸਟੋਰ ਤੇ ਗਏ, ਦਵਾਈ ਲਿਆਂਦੀ, ਖਾਧੀ, ਆਰਾਮ ਮਿਲ ਗਿਆ। ਫਿਰ ਥੋੜੇ ਦਿਨ ਬਾਅਦ ਬਿਮਾਰ ਹੋ ਗਏ, ਫਿਰ ਦੁਬਾਰਾ ਗਏ। ਇਹ ਅੰਗਰੇਜ਼ੀ ਦਵਾਈ ਨਹੀਂ ਹੈਗੀ। ਜਿਹੜੀ ਨਾਮ ਦੀ ਦਵਾਈ ਹੈਗੀ ਹੈ, ਬੰਦਗੀ ਜਿਹੜੀ ਦਵਾਈ ਆ, ਹਨਾ, ਇਹ ਹੋਮੋਪੈਥਿਕ ਦਵਾਈ ਆ। ਇਹ ਹੌਲੀ ਹੌਲੀ ਅਸਰ ਕਰਦੀ ਆ, ਪਰ ਬਿਮਾਰੀ ਨੂੰ ਜੜ ਤੋਂ ਖਤਮ ਕਰ ਦਿੰਦੀ ਆ। ਪਰ ਤੁਸੀਂ ਲੋਕ ਸਬਰ ਹੀ ਨਹੀਂ ਕਰਦੇ, ਤੁਸੀਂ ਲੋਕ ਆਪਣੇ ਗੁਰੂ ਤੇ ਭਰੋਸਾ ਹੀ ਨਹੀਂ ਕਰਦੇ, ਤੁਸੀਂ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਕਰਦੇ, ਹਨਾ। ਇਹੀ ਦੁੱਖ ਦਾ ਕਾਰਨ ਆ। ਆਪਣੇ ਆਪ ਤੇ ਭਰੋਸਾ ਰੱਖੋ, ਆਪਣੇ ਆਪ ਤੇ ਵਿਸ਼ਵਾਸ ਰੱਖੋ, ਆਪਣੇ ਗੁਰੂ ਤੇ ਵਿਸ਼ਵਾਸ ਰੱਖੋ। ਰੋਜ਼ ਸਿਮਰਨ ਕਰੋ, ਰੋਜ਼ ਅਭਿਆਸ ਕਰੋ। ਹਰ ਦੁੱਖ ਦੀ ਦਵਾਈ ਤੁਹਾਨੂੰ ਤਕਲੀਫ ਤੋਂ ਮੁਕਤ ਹੋ ਜਾਓਗੇ। ਬਸ ਸਿਮਰਨ ਕਰੋ, ਬੰਦਗੀ ਕਰੋ। ਜੋ ਸਾਡੇ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ, ਜੋ ਗੁਰੂਆਂ ਨੇ ਸਾਡੇ ਨੇ ਕਿਹਾ ਸਾਨੂੰ, ਜੋ ਗੁਰੂਆਂ ਨੇ ਸਾਨੂੰ ਨਾਮਦਾਨ ਦਿੱਤਾ, ਨਾਮ ਦੀਕਸ਼ਾ ਦਿੱਤੀ ਆ, ਨਾਮ ਸਿਮਰਨ ਦਿੱਤਾ, ਉਹਦਾ ਅਭਿਆਸ ਕਰੋ। ਰੋਜ਼ ਅਭਿਆਸ ਕਰੋ। ਤੁਸੀਂ ਰੋਜ਼ ਰੋਟੀ ਖਾਂਦੇ ਹੋ ਨਾ, ਤੁਸੀਂ ਰੋਜ਼ ਨਹਾਉਂਦੇ ਧੋਂਦੇ ਹਨ, ਰੋਜ਼ ਤੁਸੀਂ ਕੰਮਾਂ ਕਰਨ ਤੇ ਜਾਂਦੇ ਹਨ, ਫਿਰ ਸਿਮਰਨ ਕਿਉਂ ਨਹੀਂ ਕਰਦੇ? ਬੰਦਗੀ ਕਿਉਂ ਨਹੀਂ ਕਰਦੇ? ਭਗਤੀ ਕਿਉਂ ਨਹੀਂ ਕਰਦੇ? ਸਾਰੇ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਕਰ। ਰੋਟੀ ਵੀ ਤੁਸੀਂ ਆਪਣੀ ਮਰਜ਼ੀ ਨਾਲ ਖਾਂਦੇ ਹੋ, ਵਿਆਹ ਸ਼ਾਦੀ ਤੁਸੀਂ ਆਪਣੀ ਮਰਜ਼ੀ ਨਾਲ ਜਾਂਦੇ ਹੋ, ਥੀਏਟਰਾਂ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਜਾਂਦੇ ਹੋ, ਘਰ ਦੇ ਕੰਮ ਕਾਜ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ, ਹਨਾ। ਡੀਜੇ ਤੇ ਨੱਚਦੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਆ। ਫਿਰ ਜਦੋਂ ਭਗਤੀ ਦੀ ਵਾਰੀ ਆਉਂਦੀ ਆ, ਸਿਮਰਨ ਦੀ ਵਾਰੀ ਆਉਂਦੀ ਆ, ਬੰਦਗੀ ਦੀ ਵਾਰੀ ਆਉਂਦੀ ਆ, ਫਿਰ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਆਪ ਹੀ ਕਰਾਏਗਾ, ਪਰਮਾਤਮਾ ਸਾਨੂੰ ਆਪ ਹੀ ਬਿਠਾਏਗਾ। ਸੰਸਾਰ ਦੇ ਸਾਰੇ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ। ਜਦੋਂ ਬੰਦਗੀ ਦੀ ਵਾਰੀ ਆਉਂਦੀ ਆ, ਭਗਤੀ ਦੀ ਵਾਰੀ ਆਉਂਦੀ ਆ, ਤੁਸੀਂ ਕਹਿੰਦੇ ਪਰਮਾਤਮਾ ਆਪ ਹੀ ਕਰੇਗਾ, ਗੁਰੂ ਮਹਾਰਾਜ ਸਾਨੂੰ ਆਪ ਹੀ ਉਠਾਣਗੇ। ਕਿਉਂ ਤੁਸੀਂ ਆਪਣੇ ਜ਼ਿੰਮੇਵਾਰੀਆਂ ਤੋਂ ਭੱਜਦੇ ਪਏ ਹੋ? ਤੁਸੀਂ ਇੱਕ ਕਦਮ ਵਧਾਓ ਤਾਂ ਸੀ, 2 ਕਦਮ ਪਰਮਾਤਮਾ ਵਧਾਏਗਾ ਤੁਹਾਡੇ ਵੱਲ। ਤੁਸੀਂ 2 ਕਦਮ ਵਧਾਓ, ਪਰਮਾਤਮਾ 4 ਕਦਮ ਵਧਾਏਗਾ ਤੁਹਾਡੇ ਵੱਲ। ਇੱਕ ਵਾਰ ਬੈਠੋ ਤਾਂ ਸਹੀ। ਜਦ ਤੱਕ ਤੁਸੀਂ ਬੈਠਦੇ ਨਹੀਂ ਹੈਗੇ, ਇਹ ਨਾਮ ਸ਼ਬਦ ਦਾ ਅਭਿਆਸ ਨਹੀਂ ਕਰਦੇ, ਤਦ ਤੱਕ ਤੁਹਾਡੇ ਕਿਸੇ ਵੀ ਦੁੱਖ ਤਕਲੀਫ ਦਾ ਹੱਲ ਨਹੀਂ ਹੋ ਸਕਦਾ। ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਮਿਲ ਸਕਦਾ। ਆਪ ਹੀ ਮਰੇ ਸਵਰਗ ਮਿਲਦਾ ਆ। ਠੀਕ ਹੈ। ਇਹ ਜੋ ਪਰਮਾਰਥ ਦਾ ਜਿਹੜਾ ਮਾਰਗ ਆ, ਅਧਿਆਤਮਿਕ ਜਿਹੜਾ ਮਾਰਗ ਆ, ਇਹ ਕਰਨੀ ਦਾ ਮਾਰਗ ਆ।
ਕਰਕੇ ਹੀ ਸਭ ਕੁਝ ਮਿਲਣਾ ਆ। ਠੀਕ ਹੈ ਨਾ? ਕਰੋ, ਆਪਣੇ ਪ੍ਰੈਕਟੀਕਲ ਕਰੋ। ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ, ਮੇਰੇ ਤੇ ਵੀ ਵਿਸ਼ਵਾਸ ਨਾ ਕਰੋ, ਭਰੋਸਾ ਨਾ ਕਰੋ ਮੇਰੀਆਂ ਗੱਲਾਂ ਤੇ ਵੀ। ਪਰ ਤੁਸੀਂ ਜੋ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਕਰਦਾ, ਜੋ ਤੁਹਾਡੇ ਨਾਲ ਗੱਲਾਂ ਕਰਦਾ, ਉੱਤੇ ਅਮਲ ਕਰਕੇ ਕਮ ਸੇ ਕਮ ਤੁਸੀਂ ਪ੍ਰੈਕਟੀਕਲ ਤਾਂ ਕਰੋ, ਅਨੁਭਵ ਕਰੋ ਆਪਣਾ। ਜੋ ਤੁਸੀਂ ਪ੍ਰੈਕਟੀਕਲ ਕਰੋਗੇ, ਆਪਣਾ ਅਨੁਭਵ ਕਰੋਗੇ, ਤੁਹਾਡੇ ਸਾਹਮਣੇ ਪਿਕਚਰ ਕਲੀਅਰ ਹੋ ਜਾਏਗੀ। ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲ ਜਾਏਗਾ। ਫਿਰ ਤੁਹਾਨੂੰ ਪਤਾ ਲੱਗੇਗਾ ਦਾਸ ਤੁਹਾਨੂੰ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ। ਕਿਸੇ ਦੇ ਕਹੇ ਤੇ ਨਾ ਮਗਰ ਲੱਗੋ, ਆਪ ਤੁਸੀਂ ਆਪ ਪ੍ਰੈਕਟੀਕਲ ਕਰੋ। ਠੀਕ ਹੈ ਨਾ? ਫਿਰ ਤੁਹਾਨੂੰ ਸੱਚ ਝੂਠ ਦੀ ਪਹਿਚਾਣ ਹੋਣੀ ਆ। ਤੇ ਗੁਰੂ ਮਹਾਰਾਜ ਸਾਡੇ ਕਹਿੰਦੇ ਨੇ ਕਿ ਬੇਟੇ, ਸਰਵ ਰੋਗਾਂ ਦਾ ਇੱਕੋ ਔਖਦ ਨਾਮ, ਮਤਲਬ ਇੱਕੋ ਹੀ ਨਾਮ ਆ। ਤੁਹਾਡੇ ਹਰ ਤਕਲੀਫ ਦੀ ਦਵਾਈ ਸਿਮਰਨ ਹੈ। ਤੁਸੀਂ ਸਿਮਰਨ ਕਰੋ, ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਠੀਕ ਹੈ ਨਾ? ਉਹ ਦੂਜੀ ਗੱਲ, ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਜੇ ਅਸੀਂ ਪਰਮਾਤਮਾ ਦੇ ਸਿਵਾਏ ਕੋਈ ਹੋਰ ਚੀਜ਼ ਮੰਗਦੇ ਆ, ਉਹ ਦੁੱਖ ਹੀ ਤਾਂ ਹੈ। ਅੱਜ ਜਿਸ ਚੀਜ਼ ਤੋਂ ਸਾਨੂੰ ਸੁੱਖ ਮਿਲਦਾ ਪਿਆ, ਕੱਲ ਉਹੀ ਚੀਜ਼ ਦੁੱਖ ਦਾ ਕਾਰਨ ਬਣਦੀ ਪਈ ਹੈ। ਠੀਕ ਹੈ ਨਾ? ਸੰਸਾਰ ਇਹ ਦੁੱਖਾਂ ਦਾ ਘਰ ਹੈ। ਜਿਸ ਚੀਜ਼ ਸੁੱਖ ਛਿਪਿਆ, ਉਹਦੇ ਵਿੱਚ ਦੁੱਖ ਵੀ ਛਿਪਿਆ ਹੈਗਾ। ਬਸ ਤੁਸੀਂ ਆਪਣੇ ਗੁਰੂ ਦਾ, ਮੁਰਸ਼ਿਦ ਦਾ ਕਹਿਣਾ ਮੰਨੋ ਤੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਗੁਰੂ ਮਹਾਰਾਜ ਕੀ ਕਹਿ ਰਹੇ ਆ, ਭਗਤ ਕੀ ਕਹਿ ਰਹੇ ਆ? ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਹੇ ਪ੍ਰਮਾਤਮਾ, ਹੇ ਗੁਰੂਦੇਵ, ਅਗਰ ਤੇਰੇ ਬਿਨਾ ਮੈਂ ਕੋਈ ਚੀਜ਼ ਹੋਰ ਮੰਗਦਾ ਪਿਆ, ਸੰਸਾਰ ਦੀ ਕੋਈ ਚੀਜ਼ਾਂ ਮੰਗਦਾ ਪਿਆ, ਉਹ ਮੇਰੇ ਦੁੱਖ ਨੇ, ਉਹ ਸੁੱਖ ਨਹੀਂ ਹੈਗਾ, ਦੁੱਖ ਨੇ। ਤੇ ਇਸ ਕਰਕੇ ਪ੍ਰਮਾਤਮਾ ਦੇ ਕੋਲੋਂ ਪ੍ਰਮਾਤਮਾ ਨੂੰ ਹੀ ਮੰਗਿਆ ਕਰੋ, ਰੱਬ ਦੇ ਕੋਲੋਂ ਰੱਬ ਨੂੰ ਹੀ ਮੰਗਿਆ ਕਰੋ। ਸੰਸਾਰ ਦੀਆਂ ਚੀਜ਼ਾਂ ਨਾ ਮੰਗਿਆ ਕਰੋ। ਸੰਸਾਰ ਦੇ ਜਿਹੜੇ ਪਦਾਰਥ ਨੇ, ਸੰਸਾਰ ਦੀਆਂ ਚੀਜ਼ਾਂ ਨੇ, ਠੀਕ ਹੈ ਨਾ, ਧੀਆਂ ਨੇ, ਪੁੱਤਰ ਨੇ, ਧਨ ਦੌਲਤ, ਐਸ਼ੋ ਆਰਾਮ ਨੇ, ਇਹ ਤੁਹਾਡੇ ਕਰਮਾਂ ਦੇ ਹਿਸਾਬ ਨਾਲ ਤੁਹਾਨੂੰ ਆਪਣੇ ਆਪ ਸਮੇਂ ਆਏ ਤੇ ਮਿਲ ਜਾਣਾ ਹੈ। ਕਦੋਂ ਮਿਲਣਾ, ਕਿੱਥੇ ਮਿਲਣਾ, ਕਿੱਦਾਂ ਮਿਲਣਾ, ਕਿੰਨਾ ਮਿਲਣਾ, ਇਹ ਸਭ ਪਹਿਲੇ ਨਿਰਧਾਰਤ ਨੇ, ਪਹਿਲੇ ਹੀ ਸਭ ਲਿਖਿਆ ਗਿਆ। ਇਹ ਚੀਜ਼ਾਂ ਤੁਹਾਨੂੰ ਸਮੇਂ ਆਏ ਤੇ ਆਪਣੇ ਆਪ ਮਿਲ ਜਾਣੀਆਂ। ਪਰ ਪ੍ਰਮਾਤਮਾ ਨੂੰ ਪਾਉਣ ਲਈ ਤੁਹਾਨੂੰ ਭਗਤੀ ਕਰਨੀ ਪੈਣੀ ਹੈ, ਬੰਦਗੀ ਕਰਨੀ ਪੈਣੀ ਹੈ। ਠੀਕ ਹੈ ਨਾ? ਇਸ ਕਰਕੇ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਅੰਮ੍ਰਿਤ ਵੇਲੇ ਸੰਭਾਲ ਕਰੋ, ਅੰਮ੍ਰਿਤ ਵੇਲੇ ਉੱਠ ਕੇ ਫਿਰ ਆਪਣੇ ਸੰਸਾਰ ਦੇ ਜਿਹੜੇ ਕੰਮ ਧੰਦੇ ਉਹ ਕਰਿਆ ਕਰੋ। ਠੀਕ ਹੈ ਨਾ? ਹੋ ਸਕੇ ਸ਼ਾਮ ਨੂੰ ਇਕੱਠਾ ਪੂਰਾ ਪਰਿਵਾਰ ਬੈਠ ਕੇ ਸਿਮਰਨ ਕਰਿਆ ਕਰੋ, ਬੰਦਗੀ ਕਰਿਆ ਕਰੋ। ਠੀਕ ਹੈ ਨਾ? ਇੱਕ ਨਾ ਇੱਕ ਦਿਨ ਤੁਹਾਡੀ ਜ਼ਰੂਰ ਗੱਲ ਬਣ ਜਾਵੇਗੀ। ਬਸ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਹੋ। ਇਹ ਹੋਮੋਪੈਥਿਕ ਦਵਾਈ ਹੈ ਸਿਮਰਨ ਜਿਹੜੀ ਆ, ਇਹ ਅੰਗਰੇਜ਼ੀ ਦਵਾਈ ਨਹੀਂ ਹੈਗੀ। ਇਹ ਹੌਲੀ ਹੌਲੀ ਅਸਰ ਕਰਦੀ ਆ। ਠੀਕ ਹੈ ਨਾ? ਜਿਸ ਤਰ੍ਹਾਂ ਅਸੀਂ ਧਰਤੀ ਵਿੱਚ ਬੀਜ ਪਾਉਂਦੇ ਆ ਨਾ, ਉਹ ਹਫ਼ਤੇ 10 ਦਿਨ ਬਾਅਦ ਬਾਹਰ ਆਉਂਦਾ ਧਰਤੀ ਤੋਂ। ਫਿਰ ਅਸੀਂ ਰੋਜ਼ ਪਾਣੀ ਦਿੰਦੇ ਆ, ਫਿਰ ਵੱਡਾ ਹੁੰਦਾ, ਦਰਖਤ ਬਣਦਾ ਹੈ ਨਾ, ਫਿਰ ਟਾਹਣੀਆਂ ਲੱਗਦੀਆਂ, ਫਿਰ ਉੱਤੇ ਫਲ ਲੱਗਦੇ ਨੇ। ਸਮੇਂ ਆਏ ਤੇ ਹਰ ਚੀਜ਼ ਸਮੇਂ ਆਏ ਤੇ ਆ ਨਾ। ਤੇ ਇਸ ਕਰਕੇ ਜਿਹੜੀ ਸਿਮਰਨ ਦੀ ਦਵਾਈ ਆ, ਜਿਹੜੀ ਨਾਮ ਦੀ ਦਵਾਈ ਜਿਹੜੀ ਹੈਗੀ ਆ, ਇਹ ਅਸਰ ਜੜੋਂ ਅਸਰ ਕਰਦੀ ਆ, ਜੜ ਤੋਂ ਬਿਮਾਰੀ ਨੂੰ ਫੜਦੀ ਆ। ਤੇ ਇਸ ਕਰਕੇ ਕਾਹਲੀ ਨਾ ਕਰਿਆ ਕਰੋ, ਗੁਰੂ ਤੇ ਭਰੋਸਾ ਰੱਖੋ, ਆਪਣੇ ਆਪ ਤੇ ਵਿਸ਼ਵਾਸ ਰੱਖੋ, ਗੁਰੂ ਤੇ ਵਿਸ਼ਵਾਸ ਰੱਖੋ। ਰੋਜ਼ ਆਪਣੀ ਡਿਊਟੀ ਸਮਝ ਕੇ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਠੀਕ ਹੈ ਨਾ? ਤੁਹਾਡੀ ਇੱਕ ਨਾ ਇੱਕ ਦਿਨ ਜ਼ਰੂਰ ਗੱਲ ਬਣੇਗੀ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ, ਔਰ ਜੇ ਬੋਲਣ ਵਿੱਚ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ। ਠੀਕ ਹੈ ਨਾ? ਔਰ ਦਾਸ ਤੁਹਾਨੂੰ ਅੰਧ ਵਿਸ਼ਵਾਸ ਤੋਂ ਬਾਹਰ ਕੱਢਣਾ ਚਾਹੁੰਦਾ, ਤੁਹਾਨੂੰ ਵਹਿਮਾਂ ਭਰਮਾਂ ਚੋਂ ਬਾਹਰ ਕੱਢਣਾ ਚਾਹੁੰਦਾ। ਜਿੰਨੇ ਵੀ ਸੰਤ ਮਹਾਂਪੁਰਸ਼, ਪੀਰ ਫਕੀਰ, ਗੁਰੂ ਮਹਾਰਾਜ, ਸੰਤ ਭਗਤ ਆਏ ਨੇ, ਸਾਰੇ ਤੁਹਾਨੂੰ ਅੰਧ ਵਿਸ਼ਵਾਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ। ਸਾਰਿਆਂ ਨੇ ਤੁਹਾਨੂੰ ਵਹਿਮਾਂ ਭਰਮਾਂ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ, ਪਰ ਤੁਸੀਂ ਫਿਰ ਵੀ ਮੰਨੇ ਨਹੀਂ ਕਿਸੇ ਦੀ ਗੱਲ ਵੀ। ਇੱਕ ਵੀ ਗੁਰੂ ਦੀ, ਇੱਕ ਵੀ ਸੰਤਾਂ ਮਹਾਂਪੁਰਸ਼, ਤੁਸੀਂ ਇੱਕ ਵੀ ਗੱਲ ਨਹੀਂ ਮੰਨੀ। ਅੱਜ ਤਾਂ ਹੀ ਸਾਡੇ ਦੁੱਖ ਦਾ ਕਾਰਨ ਆ। ਅੱਜ ਤਾਂ ਹੀ ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮਚੀ ਪਈ ਆ, ਸਾਰਾ ਸੰਸਾਰ ਰੋਂਦਾ ਪਿਆ। ਕਿਉਂ? ਕਿਉਂਕਿ ਅਸੀਂ ਆਪਣੇ ਗੁਰੂਆਂ ਦਾ ਕਹਿਣਾ ਨਹੀਂ ਮੰਨਿਆ, ਸੰਤਾਂ ਮਹਾਂਪੁਰਸ਼ਾਂ ਦਾ ਕਹਿਣਾ ਮੰਨਿਆ ਹੀ ਨਹੀਂ ਹੈਗਾ, ਉਹਨਾਂ ਦੇ ਬਚਨਾਂ ਤੇ ਫੁੱਲ ਚੜਾਏ ਹੀ ਨਹੀਂ ਹੈਗੇ। ਉਹਨੇ ਪਹਿਲਾਂ ਕਿਹਾ ਕਿ ਸਾਰਿਆਂ ਨਾਲ ਪ੍ਰੇਮ ਕਰੋ। ਅਸੀਂ ਕਿੰਨਾ ਕੁ ਪ੍ਰੇਮ ਕਰਦੇ ਹਾਂ ਇੱਕ ਦੂਜੇ ਨੂੰ? ਅਸੀਂ ਹਰ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਾਂ, ਛੋਟੇ ਵੱਡੇ ਦੀ ਨਜ਼ਰ ਨਾਲ ਦੇਖਦੇ ਹਾਂ, ਊਚ ਨੀਚ ਦੀ ਜਾਤਾਂ ਦੀ ਨਜ਼ਰ ਨਾਲ ਦੇਖਦੇ ਹਾਂ।
ਸਾਡੇ ਪਰਿਵਾਰ 'ਚ 5 ਜੀ ਆ, 5 ਜੀਆਂ ਦੀ ਨਹੀਂ ਆਪਸ ਵਿੱਚ ਬਣਦੀ, ਆਂਢੀ ਗੁਆਂਢੀਆਂ ਦੇ ਨਾਲ ਨਹੀਂ ਬਣਦੀ। ਗੁਰੂ ਮਹਾਰਾਜ ਸਾਨੂੰ ਇੱਕੋ ਕੰਮ ਕਿ ਪ੍ਰੇਮ ਕਰੋ, ਪ੍ਰੇਮ। ਅਸੀਂ ਕਿੰਨਾ ਕੁ ਪ੍ਰੇਮ ਕਰਦੇ ਹਾਂ? ਆਪਣੇ ਅੰਦਰ ਝਾਤੀ ਮਾਰ ਕੇ ਤਾਂ ਦੇਖੋ। ਦੂਸਰਾ, ਗੁਰੂਦੇਵ ਮਹਾਰਾਜ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਕਿ ਬੇਟੇ ਅਸੀਂ, ਸਾਡਾ ਪਿਤਾ ਪਰਮੇਸ਼ਰ ਇੱਕੋ ਹੀ ਆ, ਅਕਾਲ ਪੁਰਖ ਵਾਹਿਗੁਰੂ ਅੱਲਾ ਰਾਮ ਇੱਕੋ ਹੀ ਆ, ਉਹ ਪਰਮਾਤਮਾ। ਫਿਰ ਅਸੀਂ ਦੋ ਦੋ ਚਾਰ ਚਾਰ ਕਿਉਂ ਬਣਾ ਲਏ? ਅਸੀਂ ਆਪਣੇ ਨੂੰ ਧਰਮਾਂ 'ਚ ਕਿਉਂ ਵੰਡ ਲਿਆ? ਕੀ ਅਸੀਂ ਉਸ ਇੱਕ ਨਾਲ ਪਿਆਰ ਕਰਦੇ ਹਾਂ? ਅਸੀਂ ਅੱਜ ਵੀ ਜਾਤਾਂ ਪਾਤਾਂ ਦੇ ਚੱਕਰਾਂ 'ਚ ਪਏ ਹਾਂ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਾਂ ਗੁਰੂ ਸਾਹਿਬ ਨੇ ਸਾਨੂੰ ਸਪਸ਼ਟੀਕਰਨ ਦੇਤਾ, ਬਿਲਕੁਲ ਸਾਫ਼-ਸਾਫ਼ ਸਮਝਾਤਾ ਕਿ ਸਾਡਾ ਇੱਕੋ ਹੀ ਪਿਤਾ ਪਰਮੇਸ਼ਰ, ਅਸੀਂ ਸਾਰੇ ਭੈਣ ਭਰਾ ਆ। ਫਿਰ ਅਸੀਂ ਕਿਉਂ ਨਫ਼ਰਤ ਕਰਦੇ ਪਏ ਹਾਂ? ਕਿਉਂ ਦੂਜੇ ਧਰਮ ਦੀ ਨਿੰਦਿਆ ਕਰਦੇ ਪਏ ਹਾਂ? ਕਿਉਂ ਇੱਕ ਦੂਜੇ ਨੂੰ ਛੋਟਾ ਕਰੀ ਜਾ ਰਹੇ ਹਾਂ? ਠੀਕ ਹੈ ਨਾ? ਹਰ ਕਿਸੇ ਨਾਲ ਪ੍ਰੇਮ ਕਰੋ, ਕਿਸੇ ਨਾਲ ਨਫ਼ਰਤ ਨਾ ਕਰੋ। ਸਭ ਦੀ ਇੱਕੋ ਹੀ ਜਾਤ ਪਾਤ ਆ। ਸਭ ਤੋਂ ਉੱਚੀ ਜਾਤ ਉਹਦੀ ਆ ਜਿਹੜਾ ਨਾਮ ਜਪਦਾ, ਬੰਦਗੀ ਕਰਦਾ, ਭਗਤੀ ਕਰਦਾ। ਸਭ ਤੋਂ ਨੀਵੀਂ ਜਾਤ ਉਹਦੀ ਆ ਜਿਹੜਾ ਭਗਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਪਰਮਾਤਮਾ ਨੂੰ ਨਹੀਂ ਮੰਨਦਾ। ਉਹ ਸਭ ਤੋਂ ਨੀਵੀਂ ਜਾਤ ਆ। ਤੇ ਇਸ ਕਰਕੇ ਤੀਜੀ ਗੱਲ, ਗੁਰੂ ਸਾਹਿਬ ਨੇ ਕਿਹਾ ਕਿ ਬੇਟੇ ਸਿਮਰਨ ਕਰੋ, ਬੰਦਗੀ ਕਰੋ। ਅਸੀਂ ਕਿੰਨਾ ਕੁ ਅਭਿਆਸ ਕਰਦੇ ਆ? ਜਦੋਂ ਸਾਡੇ ਸਿਮਰਨ ਦੀ ਵਾਰੀ ਆਉਂਦੀ ਆ, ਭਗਤੀ ਕਰਨ ਦੀ ਵਾਰੀ ਆਉਂਦੀ, ਕਹਿੰਦੇ ਸਾਨੂੰ ਸਮੇਂ ਨਹੀਂ ਮਿਲਦਾ ਜੀ। ਸੰਸਾਰ ਦਾ ਵੱਡੇ ਤੋਂ ਵੱਡਾ ਕੰਮ ਕਰਨ ਲਈ ਤੁਸੀਂ ਤਿਆਰ ਰਹਿੰਦੇ ਹੋ, ਅੱਗੇ ਤੋਂ ਅੱਗੇ ਹੋ ਕੇ ਕਰਦੇ ਹੋ। ਜਿਹੜਾ ਹਲਕੇ ਤੋਂ ਹਲਕਾ ਕੰਮ ਆ, ਸੌਖੇ ਤੋਂ ਸੌਖਾ ਕੰਮ ਆ, ਸਿਮਰਨ, ਉਹ ਕਿਉਂ ਨਹੀਂ ਤੁਸੀਂ ਕਰਦੇ? ਉਹ ਕਦੋਂ ਕਰੋਗੇ ਤੁਸੀਂ? ਜਦੋਂ ਸਰੀਰ ਤੁਹਾਡਾ ਜਵਾਬ ਦੇ ਦੇਗਾ, ਜਦੋਂ ਅੱਖਾਂ ਤੁਹਾਡੀ ਜਵਾਬ ਦੇ ਜਾਏਗੀਆਂ। ਭਗਤੀ ਹਮੇਸ਼ਾ ਜਵਾਨੀ ਵਿੱਚ ਹੁੰਦੀ ਹੈ, ਬੁਢਾਪੇ 'ਚ ਨਹੀਂ ਹੁੰਦੀ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਭਗਤੀ ਕਰਨ ਲਈ ਕੱਲ ਦਾ ਇੰਤਜ਼ਾਰ ਨਾ ਕਰੋ। ਅੱਜ ਦਾ ਕੰਮ ਅੱਜ ਹੀ ਕਰੋ। ਸਾਡੇ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਨੇ ਕਿਹਾ ਕਿ ਬੇਟੇ ਸਾਰੇ ਨਾਲ ਪ੍ਰੇਮ ਕਰੋ। ਅਸੀਂ ਕਿੰਨਾ ਕੁ ਪ੍ਰੇਮ ਕਰਦੇ ਹਾਂ? ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਇੱਕੋ ਹੀ ਪਿਤਾ ਪਰਮੇਸ਼ਰ ਦੇ ਬੱਚੇ ਆ, ਸਾਰੇ ਅਸੀਂ ਭੈਣ ਭਰਾ ਆ, ਸਾਡਾ ਇੱਕੋ ਹੀ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ। ਅਸੀਂ ਕਿੰਨਾ ਕੁ ਉਹਨੂੰ ਮੰਨਦੇ ਆ? ਅਸੀਂ ਕਿੰਨਾ ਕੁ ਸਿਮਰਨ ਕਰਦੇ, ਕਿੰਨਾ ਕੁ ਨਾਮ ਜਪਦੇ ਆ? ਤੁਸੀਂ ਭਲੇ ਭਾਂਤੀ ਜਾਣਦੇ ਹੋ, ਆਪਣੇ ਅੰਦਰ ਝਾਤੀ ਮਾਰ ਕੇ ਤਾਂ ਦੇਖੋ। ਸਾਡੇ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਪ੍ਰਚਾਰ ਦੀ ਕੋਈ ਕਮੀ ਨਹੀਂ ਹੈਗੀ। ਸਵੇਰੇ 2-3 ਵਜੇ ਸਪੀਕਰ ਵੱਜਣੇ ਸ਼ੁਰੂ ਹੋ ਜਾਂਦੇ ਆ। ਗੱਲ ਤਾਂ ਅਮਲ ਦੀ ਆ, ਅਸੀਂ ਕਿੰਨਾ ਕੁ ਅਮਲ ਕਰਦੇ ਹਾਂ? ਹਜੇ ਵੀ ਸਮਾਂ ਹੈਗਾ, ਆਪਣੇ ਆਪ ਨੂੰ ਸੰਭਾਲ ਲਓ। ਜਿਹੜਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ। ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ। ਹਜੇ ਵੀ ਸਮਾਂ ਕਿ ਆਪਣੇ ਆਪ ਦੀ ਪਹਿਚਾਣ ਕਰ ਲਓ, ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਸਮਰਪਣ ਕਰ ਦਿਓ। ਅੰਮ੍ਰਿਤ ਵੇਲੇ ਸੰਭਾਲ ਕਰੋ, ਨਾਮ ਸਿਮਰਨ ਦੀ ਕਮਾਈ ਇਕੱਠੀ ਕਰੋ। ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ, ਨਹਾਉਂਦੇ ਧੋਂਦੇ, ਹਰ ਟਾਈਮ ਆਪਣੇ ਅੰਤਰ ਵਿੱਚ ਸਿਮਰਨ ਕਰਦੇ ਰਹੋ, ਬੰਦਗੀ ਕਰਦੇ ਰਹੋ। ਜੇ ਬਚਣਾ ਚਾਹੁੰਦੇ ਹੋ ਤਾਂ ਸਿਮਰਨ ਕਰਨਾ ਸ਼ੁਰੂ ਕਰੋ। ਜੇ ਤੁਸੀਂ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ ਤਾਂ ਸਿਮਰਨ ਕਰੋ। ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਕਿਤੇ ਆਉਣ ਜਾਣ ਦੀ ਲੋੜ ਨਹੀਂ ਹੈ। ਆਪਣਾ ਇਕਾਗਰ ਹੋ ਕੇ ਆਪਣੇ ਘਰ 'ਚ ਬੈਠ ਕੇ ਸਿਮਰਨ ਕਰੋ, ਬੰਦਗੀ ਕਰੋ। ਆਪਣੀ ਆਪਣੇ ਅੰਦਰ ਖੋਜ ਕਰੋ ਪਰਮਾਤਮਾ ਦੀ। ਇੱਥੇ ਆ ਜਾਓ, ਇੱਥੇ ਆ ਜਾਓ। ਉਦੋਂ ਤੁਸੀਂ ਕਾਮਯਾਬ ਹੋਵੋਗੇ, ਸਫਲ ਹੋਵੋਗੇ, ਜਦੋਂ ਤੁਹਾਡੇ ਤੇ ਜੋਤ ਦੇ ਦਰਸ਼ਨ ਹੋਣ ਲੱਗ ਗਏ, ਇੱਥੇ ਪ੍ਰਕਾਸ਼ ਹੋਣ ਲੱਗ ਗਿਆ। ਉਦੋਂ ਤੁਸੀਂ ਸਫਲ ਹੋ ਜਾਓਗੇ। ਉਸ ਤੋਂ ਪਹਿਲਾਂ ਟਿੱਕੇ ਨਾ ਬੈਠੋ। ਉਦੋਂ ਤੱਕ ਮਿਹਨਤ ਕਰੋ, ਦੱਬ ਕੇ ਮਿਹਨਤ ਕਰੋ। ਰਾਤ ਦਿਨ ਬੈਠੋ, ਰਾਤ ਦਿਨ ਮਿਹਨਤ ਕਰੋ, ਜਦ ਤੱਕ ਤੁਹਾਡੇ ਤੇ ਜੋਤ ਦਰਸ਼ਨ ਨਹੀਂ ਹੁੰਦੇ, ਤੁਹਾਡੇ ਇੱਥੇ ਲਾਈਟਾਂ ਨਹੀਂ ਜਗਦੀਆਂ। ਉਦੋਂ ਤੱਕ ਮਿਹਨਤ ਕਰੋ, ਦੱਬ ਕੇ ਮਿਹਨਤ ਕਰੋ। ਕਈ ਲੋਕ ਕਹਿੰਦੇ ਬਾਬਾ ਜੀ ਅਸੀਂ ਤਾਂ ਦਿਹਾੜੀ ਵਿੱਚ 10 ਵਾਰ ਪਾਠ ਕਰਦੇ ਆ ਜੀ, 5 ਵਾਰ ਪਾਠ ਕਰਦੇ ਆ ਜੀ, ਮੈਂ 21 ਵਾਰ ਮਾਲਾ ਕਰਦਾ ਜੀ, ਹਨਾ, ਤੇ ਮੈਂ ਹਨਾ ਕਦੇ ਕੁਛ ਕਰਦਾ ਜੀ, ਹਨਾ, ਬਾਰ-ਬਾਰ ਕਹਿੰਦੇ ਆ, ਇੰਨਾ ਕਰਦੇ। ਪਰ ਅਸੀਂ ਉਦੋਂ ਮੰਨਾਂਗੇ, ਉਦੋਂ ਤੁਸੀਂ ਆਪਣੇ ਆਪ ਨੂੰ ਸਫਲ ਮੰਨਿਓ ਕਿ ਤੁਸੀਂ ਪਾਸ ਹੋ ਗਏ, ਜਦੋਂ ਤੁਹਾਡੇ ਇੱਥੇ ਜੋਤ ਦੇ ਦਰਸ਼ਨ ਹੋਣ ਲੱਗੇ, ਰੋਜ਼ ਇੱਥੇ ਲਾਈਟਾਂ ਜਗਣ ਲੱਗ ਗਈਆਂ। ਉਦੋਂ ਤੁਸੀਂ ਆਪਣੇ ਆਪ ਨੂੰ ਸਫਲ ਸਮਝ, ਫਿਰ ਅਸੀਂ ਮੰਨਾਂਗੇ ਕਿ ਹਾਂ ਤੁਸੀਂ ਕਿੰਨਾ ਕੁ ਪਾਠ ਕਰਦੇ ਹੋ।
ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਤੁਸੀਂ ਪਾਸ ਆ ਜਾਂ ਫੇਲ ਆ। ਇੱਥੇ ਆ ਜਾਓ, ਇੱਥੇ ਠੀਕ ਹੈ ਨਾ, ਇੱਥੇ ਆ ਜਾਓ, ਇਕਾਗਰ ਹੋ ਜਾਓ, ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਵਿੱਚ ਜੋੜ ਲਓ। ਉਦੋਂ ਤੁਸੀਂ ਪਾਸ ਹੋਵੋਗੇ ਜਦੋਂ ਤੁਸੀਂ ਇੱਥੇ ਪਹੁੰਚੋਗੇ। ਇੱਥੇ ਆ ਜਾਓ ਬਸ। ਸੰਸਾਰ ਇਹ ਦੁੱਖਾਂ ਦਾ ਘਰ ਹੈ ਤੇ ਸੁੱਖ ਨਹੀਂ ਹੈਗਾ, ਠੀਕ ਹੈ ਨਾ। ਜਿਹੜੀ ਚੀਜ਼ ਆ ਸੁੱਖ ਦਾ ਕਾਰਨ ਆ, ਉਹ ਕੱਲ ਦੁੱਖ ਦਾ ਕਾਰਨ ਬਣਦੀ ਹੈ। ਆਪਣੇ ਗੁਰੂ ਨਾਲ ਪ੍ਰੇਮ ਕਰੋ, ਗੁਰੂ ਦਾ ਕਹਿਣਾ ਮੰਨੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਇਹ ਸਰੀਰ ਬਾਰ-ਬਾਰ ਨਹੀਂ ਮਿਲਦਾ। ਬਚਪਨ, ਜਵਾਨੀ, ਬੁਢਾਪਾ, ਉਸ ਤੋਂ ਬਾਅਦ ਮੌਤ। ਜੀਣਾ ਝੂਠਾ, ਮਰਨਾ ਸੱਚ ਆ, ਠੀਕ ਹੈ ਨਾ। ਜੋ ਸੰਸਾਰ 'ਚ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ। ਇਸ ਕਰਕੇ ਜਾਣ ਦਾ ਅਫਸੋਸ ਨਾ ਕਰੋ। ਸਾਡੇ ਪੜਦਾਦੇ ਚਲੇ ਗਏ, ਦਾਦੇ ਚਲੇ ਗਏ, ਹਨਾ, ਮਾਂ-ਬਾਪ ਚਲੇ ਗਏ, ਅਸੀਂ ਵੀ ਕੱਲ੍ਹ ਨੂੰ ਚਲੇ ਜਾਣਾ। ਇਹ ਸੰਸਾਰ ਚਲੋ ਚਲੀ ਦਾ ਮੇਲਾ ਹੈਗਾ। ਪਰ ਜੋ ਤੁਹਾਡੇ ਜੀਵਨ ਦਾ ਫਰਜ਼ ਆ, ਜਿਸ ਕੰਮ ਲਈ ਤੁਹਾਨੂੰ ਪ੍ਰਮਾਤਮਾ ਨੇ ਭੇਜਿਆ, ਉਹ ਕੰਮ ਕਰੋ। ਉਹ ਕੰਮ ਕੀ ਆ? ਸਿਮਰਨ, ਬੰਦਗੀ, ਭਗਤੀ। ਤੁਸੀਂ ਸ਼ੀਸ਼ੇ ਮੂਹਰੇ ਰੋਜ਼ ਖੜਦੇ ਹੋ, ਕੀ ਸ਼ੀਸ਼ਾ ਤੁਹਾਨੂੰ ਦੱਸਦਾ ਨਹੀਂ ਹੈ ਕਿ ਤੁਹਾਡਾ ਸਰੀਰ ਢਲਦਾ ਜਾ ਰਿਹਾ? ਅਸੀਂ ਮੌਤ ਦੇ ਨਜ਼ਦੀਕ ਜਾਈ ਜਾ ਰਹੇ ਹਾਂ, ਕਿ ਬਚਪਨ ਚਲਾ ਗਿਆ, ਹੁਣ ਜਵਾਨੀ ਆ ਗਈ, ਹੈ ਨਾ, ਜਵਾਨੀ ਚਲੀ ਜਾਏ, ਬੁਢਾਪਾ ਆ ਜਾਣਾ। ਸ਼ੀਸ਼ਾ ਦੱਸਦਾ ਪਿਆ ਸਭ ਕੁਝ। ਤੁਸੀਂ ਰੋਜ਼ ਸ਼ੀਸ਼ੇ ਮੂਹਰੇ ਹੋ ਕੇ ਤਿਆਰ ਹੁੰਦੇ ਹੋ, ਹੈ ਨਾ, ਰੰਗ ਬਿਰੰਗੇ ਕੱਪੜੇ ਪਾਉਂਦੇ ਹੋ, ਹੈ ਨਾ, ਆਪਣੇ ਆਪ ਨੂੰ ਸੋਹਣਾ ਦਿਖਣ ਦੀ ਕੋਸ਼ਿਸ਼ ਕਰਦੇ ਹੋ। ਸ਼ੀਸ਼ਾ ਤੁਹਾਨੂੰ ਦੱਸਦਾ ਪਿਆ ਕਿ ਬਈ ਤੇਰੀ ਉਮਰ ਢਲਦੀ ਜਾ ਰਹੀ ਆ, ਢਲਦੀ ਜਾ ਰਹੀ ਆ। ਤੇ ਸਮੇਂ ਰਹਿੰਦੇ ਹੋਏ ਇਹ ਸਰੀਰ ਦਾ ਫਾਇਦਾ ਲੈ ਲਵੋ, ਠੀਕ ਹੈ ਨਾ। ਸਮੇਂ ਰਹਿੰਦੇ ਹੋਏ ਸਰੀਰ ਦਾ ਆਪਣੇ ਫਾਇਦਾ ਲੈ ਲਵੋ। ਬਾਰ-ਬਾਰ ਮੇਰੀ ਬੇਨਤੀ ਪ੍ਰਵਾਨ ਕਰਨੀ ਆ, ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਠੀਕ ਆ। ਅੰਮ੍ਰਿਤ ਵੇਲੇ ਸੰਭਾਲ ਕਰੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ ਆਪਣਾ ਸਿਮਰਨ ਕਰਦੇ ਰਹੋ, ਠੀਕ ਆ। ਔਰ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਦਾਸ ਨੂੰ ਕੁਝ ਬੋਲਣ ਵਿੱਚ ਗਲਤੀ ਹੋਵੇ ਤਾਂ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ, ਆਪਣਾ ਛੋਟਾ ਵੀਰ ਸਮਝ ਕੇ, ਆਪਣਾ ਬੇਟਾ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ। ਅੱਛੇ ਵਿਚਾਰ ਲੱਗੇ ਹੁਣ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਜੈ ਲੱਖ ਦਾਤਾ ਪੀਰ ਦੀ, ਮੌਜ ਫਕੀਰ ਦੀ।